प्यारे विद्यार्थियों, आप सब जी का निੱਘਾ स्वागत है। ਅੱਜ ਅਸੀਂ ਜਮਾਤ 6ਵੀਂ ਦੇ ਸਮਾਜਿਕ ਸਿੱਖਿਆ ਵਿਸ਼ੇ ਵਿੱਚੋਂ ਭੂਗੋਲ ਭਾਗ ਦੇ ਪਾਠ ਦੂਜਾ ਗਲੋਬ ਬਾਰੇ ਅਧਿਐਨ ਕਰਾਂਗੇ। ਅਸੀਂ ਅੱਜ ਇਸ ਪਾਠ ਦੀ ਦੁਹਰਾਈ ਕਰਾਂਗੇ ਅਤੇ ਅਭਿਆਸ ਦੇ ਪ੍ਰਸ਼ਨ ਹੱਲ ਕਰਾਂਗੇ। ਵਿਦਿਆਰਥੀਓ, ਇਹ ਦੁਹਰਾਈ ਅੱਜ ਅਸੀਂ ਪ੍ਰਸ਼ਨ ਉੱਤਰ ਦੇ ਰੂਪ ਵਿੱਚ ਕਰਾਂਗੇ ਔਰ ਇਸ ਦੁਹਰਾਈ ਨੂੰ ਕਰਨ ਉਪਰੰਤ ਤੁਸੀਂ ਪਾਠ ਪੁਸਤਕ ਵਿੱਚ ਦਿੱਤੇ ਸਾਰੇ ਪ੍ਰਸ਼ਨਾਂ ਦੇ ਉੱਤਰ ਪ੍ਰਾਪਤ ਕਰ ਲਵੋਗੇ। ਮੈਨੂੰ ਉਮੀਦ ਹੈ ਕਿ ਤੁਸੀਂ ਆਪਣੇ ਕੋਲ ਕਾਪੀ, ਪੈਨ ਤੇ ਪੈਨਸਿਲ ਜ਼ਰੂਰ ਰੱਖ ਲਿਆ ਹੋਵੇਗਾ ਤਾਂ ਜੋ ਤੁਸੀਂ ਲੋੜੀਂਦੀ ਜਾਣਕਾਰੀ ਨੂੰ ਨੋਟ ਵੀ ਕਰ ਸਕੋ। ਵਿਦਿਆਰਥੀਓ, ਦੁਹਰਾਈ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਦੁਹਰਾਈ ਕਰਨ ਦੇ ਨਾਲ ਹੀ ਅਸੀਂ ਕਿਸੇ ਵੀ ਵਿਸ਼ੇ ਨੂੰ ਚੰਗੀ ਤਰ੍ਹਾਂ ਤੇ ਸੌਖਿਆਂ ਯਾਦ ਕਰ ਸਕਦੇ ਹਾਂ। ਬਿਨਾਂ ਦੁਹਰਾਈ ਦੇ ਅਸੀਂ ਉਸ ਪੜ੍ਹੇ ਹੋਏ ਪਾਠ ਵਿੱਚੋਂ ਇੱਕ ਬਹੁਤ ਵੱਡਾ ਹਿੱਸਾ ਭੁੱਲ ਜਾਂਦੇ ਹਾਂ। ਇਸ ਕਰਕੇ ਦੁਹਰਾਈ ਦੀ ਆਪਣੀ ਮਹੱਤਤਾ ਹੁੰਦੀ ਹੈ ਅਤੇ ਵਾਰ-ਵਾਰ ਦੁਹਰਾਈ ਕਰਨ ਨਾਲ ਉਹ ਚੀਜ਼ਾਂ ਪੱਕੀਆਂ ਹੁੰਦੀਆਂ ਜਾਂਦੀਆਂ ਹਨ ਤੇ ਸਾਡਾ ਦਿਮਾਗ ਉਹਨਾਂ ਨੂੰ ਦੇਰ ਤੱਕ ਯਾਦ ਰੱਖਦਾ ਹੈ। ਸੋ ਆਓ ਹੁਣ ਅਸੀਂ ਇਸ ਪਾਠ ਦੀ ਦੁਹਰਾਈ ਕਰੀਏ ਜਿਸ ਵਿੱਚ ਗਲੋਬ ਕੀ ਹੈ ਤੇ ਇਹਦੇ ਬਾਰੇ ਵਿਸਥਾਰ ਸਹਿਤ ਅਸੀਂ ਜਾਣਕਾਰੀ ਲਈਏ। ਸੋ ਸਭ ਤੋਂ ਪਹਿਲਾਂ ਛੋਟਾ ਜਿਹਾ ਪ੍ਰਸ਼ਨ ਕਿ ਧਰਤੀ ਦੀ ਅਸਲ ਨੁਹਾਰ ਕਿਹੋ ਜਿਹੀ ਹੈ। ਧਰਤੀ ਗੋਲ ਹੈ ਪਰ ਇਹ ਗੇਂਦ ਵਾਂਗ ਬਿਲਕੁਲ ਵੀ ਗੋਲ ਨਹੀਂ ਬਲਕਿ ਸਿਰਿਆਂ ਤੋਂ ਚਪਟੀ ਹੈ। ਸੋ ਤੁਸੀਂ ਤਸਵੀਰਾਂ ਰਾਹੀਂ ਵੀ ਧਰਤੀ ਦੀ ਨੁਹਾਰ ਨੂੰ ਦੇਖ ਸਕਦੇ ਹੋ। ਅਗਲਾ ਪ੍ਰਸ਼ਨ, ਧਰਤੀ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ। ਯਾਦ ਕਰੋ ਬੇਟਿਆ, ਜਦੋਂ ਤੁਸੀਂ ਪਾਠ ਪੜ੍ਹਿਆ ਸੀ ਉਦੋਂ ਤੁਸੀਂ ਇਸ ਬਾਰੇ ਕੀ ਜਾਣਕਾਰੀ ਲਈ ਸੀ। ਇੱਕ ਵਾਰ ਫਿਰ, ਧਰਤੀ ਨੂੰ ਧਰਤ ਗੋਲੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਗਲਾ ਪ੍ਰਸ਼ਨ, ਧਰਤੀ ਦੇ ਤ੍ਰੈ-ਪਾਸੀ ਮਾਡਲ ਦਾ ਕੀ ਨਾਮ ਹੈ। ਉੱਤਰ, ਧਰਤੀ ਦਾ ਤ੍ਰੈ-ਪਾਸੀ ਮਾਡਲ ਗਲੋਬ ਹੈ। ਸੋ ਬੇਟਾ, 3 ਪ੍ਰਸ਼ਨ ਅਸੀਂ ਦੇਖੇ ਔਰ ਮੈਨੂੰ ਆਸ ਹੈ ਕਿ ਤੁਹਾਨੂੰ ਇਹ ਨਾਲ ਦੀ ਨਾਲ ਹੀ ਯਾਦ ਵੀ ਹੋ ਗਏ ਹੋਣਗੇ। ਆਓ ਅੱਗੇ ਦੇਖੀਏ। ਸੋ ਚੌਥਾ ਪ੍ਰਸ਼ਨ ਹੈ ਕਿ ਗਲੋਬ ਨੂੰ ਧਰਤੀ ਦਾ ਮਾਡਲ ਕਿਉਂ ਕਿਹਾ ਜਾਂਦਾ ਹੈ। ਉੱਤਰ, ਗਲੋਬ ਧਰਤੀ ਦਾ ਸਹੀ ਪ੍ਰਤੀਰੂਪ ਹੈ। ਇਹ ਧਰਤੀ ਦੀ ਤਰ੍ਹਾਂ ਗੋਲ ਹੈ। ਇਸ ਤੇ ਧਰਤੀ ਦੇ ਮਹਾਦੀਪਾਂ ਅਤੇ ਮਹਾਸਾਗਰਾਂ ਦਾ ਠੀਕ-ਠੀਕ ਆਕਾਰ ਦਿਖਾਇਆ ਜਾਂਦਾ ਹੈ। ਇਸ ਤੇ ਦਿਸ਼ਾਵਾਂ ਅਤੇ ਦਰਿਆ ਵੀ ਸਹੀ ਦਰਸਾਏ ਜਾਂਦੇ ਹਨ। ਇਸ ਲਈ ਇਸ ਨੂੰ ਧਰਤੀ ਦਾ ਮਾਡਲ ਕਿਹਾ ਜਾਂਦਾ ਹੈ। ਸੋ ਵਿਦਿਆਰਥੀਓ, ਗਲੋਬ ਧਰਤੀ ਦੀ ਤਸਵੀਰ ਸਾਡੇ ਸਾਹਮਣੇ ਪ੍ਰਸਤੁਤ ਕਰਦਾ ਹੈ। ਸੋ ਇਸ ਗੱਲ ਨੂੰ ਤੁਸੀਂ ਯਾਦ ਰੱਖਣਾ ਹੈ। ਅਗਲਾ ਪ੍ਰਸ਼ਨ ਹੈ ਕਿ ਦੋਨਾਂ ਧਰੁਵਾਂ ਨੂੰ ਮਿਲਾਉਣ ਵਾਲੀ ਅਰਧ ਗੋਲਾਕਾਰ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ। ਦੋਵਾਂ ਧਰੁਵਾਂ ਨੂੰ ਮਿਲਾਉਣ ਵਾਲੀ ਅਰਧ ਗੋਲਾਕਾਰ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ।
ਸੋ ਉੱਤਰ ਹੈ ਦੇਸ਼ਾਂਤਰ ਰੇਖਾਵਾਂ। ਸੋ ਦੇਸ਼ਾਂਤਰ ਰੇਖਾਵਾਂ ਬਾਰੇ ਤੁਸੀਂ ਪੜ੍ਹਿਆ ਸੀ, ਜਿਨ੍ਹਾਂ ਨੂੰ ਅਸੀਂ ਲੰਬਕਾਰ ਵੀ ਆਖਦੇ ਹਾਂ, ਤੇ ਉੱਤਰ ਤੋਂ ਲੈ ਕੇ ਦੱਖਣ ਵੱਲ ਇਹ ਖਿੱਚੀਆਂ ਜਾਂਦੀਆਂ ਹਨ। ਸੋ ਤਸਵੀਰ ਤੁਹਾਡੇ ਸਾਹਮਣੇ ਹੈ, ਤੁਸੀਂ ਦੁਹਰਾਈ ਲਈ ਇਸ ਤਸਵੀਰ ਨੂੰ ਫਿਰ ਧਿਆਨ ਨਾਲ ਦੇਖ ਲਓ ਤੇ ਹਮੇਸ਼ਾ ਲਈ ਯਾਦ ਰੱਖੋ ਕਿ ਦੇਸ਼ਾਂਤਰ ਜਾਂ ਲੰਬਕਾਰ ਕੀ ਹੁੰਦੇ ਹਨ। ਅੱਗੇ ਦੇਖੀਏ ਕਿ ਗਲੋਬ ਦੇ ਉੱਪਰਲੇ ਅਤੇ ਹੇਠਲੇ ਚਪਟੇ ਜਿਹੇ ਸਿਰਿਆਂ ਨੂੰ ਕੀ ਨਾਂ ਦਿੱਤੇ ਜਾਂਦੇ ਹਨ। ਗਲੋਬ ਦੇ ਉੱਪਰਲੇ ਅਤੇ ਹੇਠਲੇ ਚਪਟੇ ਜਿਹੇ ਸਿਰਿਆਂ ਨੂੰ ਕੀ ਨਾਂ ਦਿੱਤੇ ਜਾਂਦੇ ਹਨ। ਉੱਤਰ ਹੈ ਕਿ ਗਲੋਬ ਨੂੰ ਗੌਰ ਨਾਲ ਵਾਚਣ ਤੇ ਉੱਪਰਲੇ ਅਤੇ ਹੇਠਲੇ ਸਿਰੇ ਤੇ ਸਾਨੂੰ ਪੇਚ ਦਿਖਾਈ ਦਿੰਦੇ ਹਨ। ਉੱਪਰਲੇ ਸਿਰੇ ਨੂੰ ਉੱਤਰੀ ਧਰੁਵ ਅਤੇ ਹੇਠਲੇ ਸਿਰੇ ਨੂੰ ਦੱਖਣੀ ਧਰੁਵ ਕਿਹਾ ਜਾਂਦਾ ਹੈ। ਸੋ ਵਿਦਿਆਰਥੀਓ, ਚਿੱਤਰ ਵੀ ਤੁਹਾਨੂੰ ਦਿਖਾਇਆ ਗਿਆ ਹੈ ਕਿ ਉੱਤਰੀ ਧਰੁਵ ਕਿਹੜਾ ਹੈ ਤੇ ਦੱਖਣੀ ਧਰੁਵ ਕਿਹੜਾ ਹੈ। ਤੁਸੀਂ ਤਸਵੀਰ ਦੇਖ ਕੇ ਇਹਨਾਂ ਗੱਲਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋ। ਅਗਲਾ ਪ੍ਰਸ਼ਨ ਹੈ ਕਿ ਭੂ-ਮੱਧ ਰੇਖਾ ਬਾਰੇ ਦੱਸੋ। ਸੋ ਭੂ-ਮੱਧ ਰੇਖਾ ਇਹ ਇੱਕ ਕਲਪਿਤ ਰੇਖਾ ਹੈ ਜੋ ਧਰਤੀ ਨੂੰ ਦੋ ਸਮਾਨ ਅਰਧ ਭਾਗਾਂ ਵਿੱਚ ਵੰਡਦੀ ਹੈ। ਯਾਦ ਰੱਖਣੀ ਗੱਲ ਬੇਟਾ ਕਿ ਭੂ-ਮੱਧ ਰੇਖਾ ਕੋਈ ਅਸਲ ਰੇਖਾ ਨਹੀਂ ਹੈ, ਸਗੋਂ ਇਹ ਮੰਨੀ ਹੋਈ ਰੇਖਾ ਹੈ, ਕਲਪਿਤ ਰੇਖਾ ਹੈ ਜੋ ਧਰਤੀ ਨੂੰ ਦੋ ਬਰਾਬਰ ਅਰਧ ਭਾਗਾਂ ਵਿੱਚ ਵੰਡਦੀ ਹੈ। ਇਹ ਵਿਗਿਆਨੀਆਂ ਦੁਆਰਾ ਧਰਤੀ ਦਾ ਅਧਿਐਨ ਕਰਨ ਲਈ ਖਿੱਚੀ ਗਈ ਹੈ, ਤਾਂ ਕਿ ਧਰਤੀ ਬਾਰੇ ਸਹੀ ਜਾਣਕਾਰੀ ਅਸੀਂ ਪ੍ਰਾਪਤ ਕਰ ਸਕੀਏ। ਇਸ ਕਰਕੇ ਵਿਗਿਆਨੀਆਂ ਨੇ ਧਰਤੀ ਦਾ ਅਧਿਐਨ ਸੌਖਿਆਂ ਕਰਨ ਲਈ ਇਹ ਮੰਨੀ ਗਈ ਰੇਖਾ ਬਣਾਈ ਹੈ ਬੇਟਾ। ਸੋ ਭੂ-ਮੱਧ ਰੇਖਾ ਨੂੰ ਤੁਸੀਂ ਤਸਵੀਰ ਵਿੱਚ ਦੇਖ ਸਕਦੇ ਹੋ ਕਿ ਕਿੱਥੇ ਹੁੰਦੀ ਹੈ। ਆਓ ਅੱਗੇ ਦੇਖੀਏ। ਅਰਧ ਗੋਲੇ ਤੋਂ ਕੀ ਭਾਵ ਹੈ? ਉਸ ਰੇਖਾ ਦਾ ਨਾਂ ਲਿਖੋ ਜੋ ਧਰਤੀ ਨੂੰ ਬਰਾਬਰ ਹਿੱਸਿਆਂ ਵਿੱਚ ਵੰਡਦੀ ਹੈ। ਸੋ ਉੱਤਰ ਗੋਲੇ ਦੇ ਅੱਧੇ ਭਾਗ ਨੂੰ ਅਰਧ ਗੋਲਾ ਆਖਦੇ ਹਨ। ਤੁਹਾਡੇ ਸਾਹਮਣੇ ਅਰਧ ਗੋਲਾ ਦਿਖਾਇਆ ਹੋਇਆ ਹੈ ਤਸਵੀਰ ਵਿੱਚ। ਉੱਤਰੀ ਅਰਧ ਗੋਲਾ ਵਿੱਚ ਥੱਲੇ ਉਸ ਤੋਂ ਭੂ-ਮੱਧ ਰੇਖਾ ਤੇ ਉਸ ਤੋਂ ਥੱਲੇ ਤੁਹਾਨੂੰ ਦੱਖਣੀ ਅਰਧ ਗੋਲੇ ਦੀ ਤਸਵੀਰ ਦਿਖਾਈ ਗਈ ਹੈ। ਸੋ ਧਿਆਨ ਨਾਲ ਦੇਖੋ ਤੇ ਸਮਝੋ ਤੇ ਯਾਦ ਰੱਖੋ ਕਿ ਗੋਲੇ ਦੇ ਅੱਧੇ ਭਾਗ ਨੂੰ ਅਰਧ ਗੋਲਾ ਆਖਦੇ ਹਨ। ਭੂ-ਮੱਧ ਰੇਖਾ ਧਰਤੀ ਨੂੰ ਦੋ ਸਮਾਨ ਅਰਧ ਗੋਲਿਆਂ ਵਿੱਚ ਵੰਡਦੀ ਹੈ। ਉੱਪਰਲੇ ਅਰਧ ਗੋਲੇ ਨੂੰ ਉੱਤਰੀ ਅਰਧ ਗੋਲਾ ਅਤੇ ਹੇਠਲੇ ਅਰਧ ਗੋਲੇ ਨੂੰ ਦੱਖਣੀ ਅਰਧ ਗੋਲਾ ਆਖਦੇ ਹਨ। ਅਗਲਾ ਪ੍ਰਸ਼ਨ, ਅਕਸ਼ਾਂਸ਼ ਵਿਤਕਾਰਾਂ ਰੇਖਾਵਾਂ ਕੀ ਹੁੰਦੀਆਂ ਹਨ? ਸੋ ਅਸੀਂ ਅਕਸ਼ਾਂਸ਼ਾਂ ਨੂੰ ਵਿਤਕਾਰ ਰੇਖਾ ਵੀ ਆਖਦੇ ਹਾਂ। ਕੀ ਹੁੰਦੀਆਂ ਨੇ? ਧਰਤੀ ਦਾ ਅਧਿਐਨ ਕਰਨ ਲਈ ਪੂਰਬ ਤੋਂ ਪੱਛਮ ਵੱਲ ਨੂੰ ਭੂ-ਮੱਧ ਰੇਖਾ ਦੇ ਸਮਾਨਾਂਤਰ ਖਿੱਚੀਆਂ ਰੇਖਾਵਾਂ ਨੂੰ ਅਕਸ਼ਾਂਸ਼ ਜਾਂ ਵਿਤਕਾਰ ਰੇਖਾਵਾਂ ਆਖਦੇ ਹਨ। ਯਾਦ ਰੱਖਣਾ ਹੈ ਕਿ ਇਹ ਰੇਖਾਵਾਂ ਕਿਹੜੀਆਂ ਨੇ। ਸੋ ਇਹ ਰੇਖਾਵਾਂ ਇੱਕ ਦੂਜੇ ਦੇ ਸਮਾਨਾਂਤਰ ਹੁੰਦੀਆਂ ਹਨ, ਜਿਨ੍ਹਾਂ ਨੂੰ ਅਸੀਂ ਅਕਸ਼ਾਂਸ਼ ਰੇਖਾਵਾਂ ਆਖਦੇ ਹਾਂ। ਸੋ ਅੱਗੇ ਦੇਖੀਏ ਕਿ ਨੈਕਸਟ ਕੁਐਸਚਨ ਕੀ ਹੈ। ਅਕਸ਼ਾਂਸ਼ ਰੇਖਾਵਾਂ ਦੇਖੋ ਬੇਟਾ, ਤੁਹਾਡੇ ਸਾਹਮਣੇ ਇਸ ਤਸਵੀਰ ਵਿੱਚ ਚੰਗੀ ਤਰ੍ਹਾਂ ਦਿਖਾਈਆਂ ਗਈਆਂ ਹਨ। ਭੂ-ਮੱਧ ਰੇਖਾ, ਇਹ ਅਕਸ਼ਾਂਸ਼ ਵਿਤਕਾਰ ਦੇਖੋ। ਭੂ-ਮੱਧ ਰੇਖਾ ਜਿੱਥੇ ਕਿ 0 ਡਿਗਰੀ ਦਿਖਾਈ ਗਈ ਹੈ, ਇਸ ਦੇ ਉੱਪਰ 90 ਡਿਗਰੀ ਤੱਕ ਤੇ ਥੱਲੇ ਵੀ ਅਕਸ਼ਾਂਸ਼ ਰੇਖਾਵਾਂ
ਉੱਤਰੀ ਅਰਧਗੋਲਾ ਤੇ ਦੱਖਣੀ ਅਰਧਗੋਲੇ ਤੱਕ ਫੈਲੀਆਂ ਹੋਈਆਂ ਤੁਹਾਡੇ ਸਾਹਮਣੇ ਹਨ। ਇਹ ਸਾਰੀਆਂ ਰੇਖਾਵਾਂ ਇੱਕ ਦੂਜੇ ਦੇ ਸਮਾਨਾਂਤਰ ਚੱਲਦੀਆਂ ਨੇ। ਸਿੱਧੀਆਂ ਰੇਖਾਵਾਂ ਹਨ ਲੇਟਵੀਆਂ, ਸੋ ਇਹਨਾਂ ਰੇਖਾਵਾਂ ਬਾਰੇ ਹੁਣ ਤੁਸੀਂ ਭੁੱਲਣਾ ਨਹੀਂ ਹੈ ਕਿ ਅਕਸ਼ਾਂਸ਼ ਰੇਖਾਵਾਂ ਕੀ ਹੁੰਦੀਆਂ ਹਨ। ਸੋ ਨੈਕਸਟ ਹੈ ਕਿ ਮੁੱਖ ਮਧਿਆਨ ਰੇਖਾ ਕਿਸ ਨੂੰ ਆਖਦੇ ਹਨ। ਸੋ ਯਾਦ ਰੱਖਣਾ ਬੇਟਾ ਕਿ 0 ਡਿਗਰੀ ਦਿਸ਼ਾਂਤਰ ਨੂੰ ਮੁੱਖ ਮਧਿਆਨ ਰੇਖਾ ਆਖਦੇ ਹਨ ਅਤੇ ਇਹ ਇੰਗਲੈਂਡ ਦੇ ਗ੍ਰੀਨਵਿਚ ਨਾਂ ਦੇ ਸਥਾਨ ਤੋਂ ਗੁਜ਼ਰਦੀ ਹੈ। ਤਸਵੀਰ ਤੁਹਾਡੇ ਸਾਹਮਣੇ ਹੈ ਗਲੋਬ ਦੀ। ਤੁਸੀਂ ਦੇਖੋ ਕਿ ਲਾਲ ਰੰਗ ਦੀ ਜੋ ਲੰਬੀ ਲਾਈਨ ਦਿਖਾਈ ਗਈ ਹੈ ਉਹ ਮੁੱਖ ਮਧਿਆਨ ਰੇਖਾ ਹੈ। ਅੰਗਰੇਜ਼ੀ ਵਿੱਚ ਇਸ ਨੂੰ ਪ੍ਰਾਈਮ ਮੈਰੀਡੀਅਨ ਆਖਿਆ ਜਾਂਦਾ ਹੈ। ਇਹ ਗ੍ਰੀਨਵਿਚ ਨਾਂ ਦਾ ਸਥਾਨ ਹੈ ਇੰਗਲੈਂਡ ਦੇ ਵਿੱਚ, ਜਿੱਥੋਂ ਇਹ ਨਿਕਲਦੀ ਹੈ, ਜਿਸ ਨੂੰ ਅਸੀਂ GMT ਦੇ ਨਾਂ ਨਾਲ ਵੀ ਜਾਣਦੇ ਹਾਂ। ਔਰ ਨੀਚੇ ਪੀਲੇ ਰੰਗ ਦੀ ਜੋ ਲਾਈਨ ਦਿਖਾਈ ਗਈ ਹੈ ਜਿੱਥੇ ਇਕੁਏਟਰ ਲਿਖਿਆ ਹੋਇਆ ਹੈ, ਸੋ ਇਕੁਏਟਰ ਦਾ ਮਤਲਬ ਹੈ ਭੂ-ਮੱਧ ਰੇਖਾ। ਸੋ ਤੁਹਾਡੇ ਸਾਹਮਣੇ ਦੋ ਮੁੱਖ ਰੇਖਾਵਾਂ, ਇੱਕ ਮੁੱਖ ਮਧਿਆਨ ਰੇਖਾ ਤੇ ਇੱਕ ਭੂ-ਮੱਧ ਰੇਖਾ, ਇਸ ਤਸਵੀਰ ਚੋਂ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਸਕਦੇ ਹੋ। ਨੈਕਸਟ ਹੈ ਕਿ ਧਰਤੀ ਜਾਂ ਗਲੋਬ ਨੂੰ ਕਿੰਨੇ ਦਿਸ਼ਾਂਤਰਾਂ ਵਿੱਚ ਵੰਡਿਆ ਗਿਆ ਹੈ। ਵਿਦਿਆਰਥੀ ਇੱਕ ਵਾਰੀ ਫੇਰ ਕਿ ਧਰਤੀ ਜਾਂ ਗਲੋਬ ਨੂੰ ਕਿੰਨੇ ਦਿਸ਼ਾਂਤਰਾਂ ਵਿੱਚ ਵੰਡਿਆ ਗਿਆ ਹੈ। ਸੋ ਇਹਨਾਂ ਦੀ ਗਿਣਤੀ 360 ਦਿਸ਼ਾਂਤਰਾਂ ਵਿੱਚ ਵੰਡਿਆ ਗਿਆ ਹੈ। ਗਲੋਬ ਦਾ ਸਭ ਤੋਂ ਵੱਡਾ ਚੱਕਰ ਕਿਹੜਾ ਹੈ। ਇੱਕ ਵਾਰ ਫਿਰ ਪ੍ਰਸ਼ਨ ਸੁਣੋ। ਗਲੋਬ ਦਾ ਸਭ ਤੋਂ ਵੱਡਾ ਚੱਕਰ ਕਿਹੜਾ ਹੈ। 0 ਡਿਗਰੀ ਅਕਸ਼ਾਂਸ਼ ਚੱਕਰ ਗਲੋਬ ਦਾ ਸਭ ਤੋਂ ਵੱਡਾ ਚੱਕਰ ਹੈ। ਇਸ ਨੂੰ ਭੂ-ਮੱਧ ਰੇਖਾ ਕਿਹਾ ਜਾਂਦਾ ਹੈ। ਵਿਦਿਆਰਥੀਓ ਤੁਸੀਂ ਦੁਬਾਰਾ ਯਾਦ ਕਰੋ, ਜਿੱਥੇ ਕਿ ਮੈਂ ਤੁਹਾਨੂੰ ਤਸਵੀਰ ਦਿਖਾਈ ਸੀ ਅਕਸ਼ਾਂਸ਼ ਰੇਖਾਵਾਂ ਵਾਲੀ, ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹੈ ਕਿ ਜੋ ਭੂ-ਮੱਧ ਰੇਖਾ ਦੀ ਇਹ ਲਾਈਨ ਹੈ ਜਿਸ ਨੂੰ ਲਾਲ ਲਕੀਰ ਦੇ ਵਿੱਚ ਦਿਖਾਇਆ ਗਿਆ ਹੈ, ਇਸ ਦੇ ਸਮਾਨਾਂਤਰ ਉੱਪਰ ਵੱਲ ਨੂੰ ਤੇ ਹੇਠਾਂ ਵੱਲ ਨੂੰ ਹੋਰ ਅਕਸ਼ਾਂਸ਼ ਰੇਖਾਵਾਂ ਵੀ ਹਨ, ਪਰੰਤੂ ਇਹ ਰੇਖਾਵਾਂ ਕਿਤੇ ਵੀ ਇੱਕ ਦੂਸਰੇ ਨੂੰ ਮਿਲਦੀਆਂ ਨਹੀਂ ਹਨ। ਇਹ ਸਮਾਨਾਂਤਰ ਰੇਖਾਵਾਂ ਹਨ। ਤੁਸੀਂ ਦੇਖਦੇ ਹੋ ਕਿ ਜਿਉਂ-ਜਿਉਂ ਅਸੀਂ ਭੂ-ਮੱਧ ਰੇਖਾ ਤੋਂ ਉੱਪਰ ਵੱਲ ਨੂੰ ਜਾਂਦੇ ਹਾਂ ਜਾਂ ਦੱਖਣ ਵੱਲ ਨੂੰ ਜਾਂਦੇ ਹਾਂ ਤਾਂ ਇਹ ਅਕਸ਼ਾਂਸ਼ ਰੇਖਾਵਾਂ ਦੀ ਲੰਬਾਈ ਜਿਹੜੀ ਹੈ ਉਹ ਘਟਦੀ ਜਾਂਦੀ ਹੈ। ਤੇ ਧਰਤੀ ਦੇ ਉੱਤੇ ਜੇ ਅਸੀਂ ਸਭ ਤੋਂ ਵੱਡੇ ਚੱਕਰ ਦੀ ਗੱਲ ਕਰੀਏ, ਕਿਉਂਕਿ ਇਹ ਰੇਖਾਵਾਂ ਚੱਕਰ ਦੇ ਰੂਪ ਵਿੱਚ ਹਨ, ਗੋਲ ਰੂਪ ਵਿੱਚ ਹਨ, ਸੋ ਇਹ ਤੁਹਾਡੇ ਸਾਹਮਣੇ ਜੋ ਸਭ ਤੋਂ ਵੱਡਾ ਚੱਕਰ ਬਣੇਗਾ ਉਹ ਕਿਹੜਾ ਬਣੇਗਾ, ਭੂ-ਮੱਧ ਰੇਖਾ ਦਾ। ਸੋ ਇਹ ਤਸਵੀਰ ਤੋਂ ਤੁਸੀਂ ਯਾਦ ਰੱਖਣਾ ਹੈ ਕਿ ਭੂ-ਮੱਧ ਰੇਖਾ ਜੋ ਹੈ ਇਹ ਸਭ ਤੋਂ ਵੱਡਾ ਚੱਕਰ ਹੈ, ਜਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਭੂ-ਮੱਧ ਰੇਖਾ ਦੀ ਜੋ ਇਹ ਲਾਈਨ ਤੁਹਾਡੇ ਸਾਹਮਣੇ ਬਣਾਈ ਗਈ ਹੈ ਕਲਪਿਤ ਰੇਖਾ, ਭੂ-ਮੱਧ ਰੇਖਾ ਸਭ ਤੋਂ ਵੱਡੀ ਅਕਸ਼ਾਂਸ਼ ਰੇਖਾ ਹੁੰਦੀ ਹੈ। ਫਿਰ ਯਾਦ ਰੱਖਣਾ ਹੈ ਕਿ ਭੂ-ਮੱਧ ਰੇਖਾ ਸਭ ਤੋਂ ਵੱਡੀ ਅਕਸ਼ਾਂਸ਼ ਰੇਖਾ ਹੁੰਦੀ ਹੈ। ਸੋ ਇਹ ਕਿੰਨੇ ਡਿਗਰੀ ਤੇ ਹੈ, 0 ਡਿਗਰੀ ਅਕਸ਼ਾਂਸ਼ ਰੇਖਾ। ਫਿਰ ਯਾਦ ਰੱਖਣਾ ਹੈ ਕਿ ਇਸ ਦੀ ਡਿਗਰੀ ਕਿੰਨੀ ਹੈ, 0 ਡਿਗਰੀ ਅਕਸ਼ਾਂਸ਼ ਰੇਖਾ ਹੁੰਦੀ ਹੈ। ਅੱਗੇ ਹੈ ਖਾਲੀ ਥਾਵਾਂ ਭਰੋ। ਵਿਦਿਆਰਥੀਓ ਖਾਲੀ ਥਾਵਾਂ ਭਰਨਾ ਇੱਕ ਪ੍ਰਸ਼ਨ ਉੱਤਰ ਯਾਦ ਕਰਨ ਦੀ ਬਹੁਤ ਹੀ ਸੌਖੀ ਤਕਨੀਕ ਹੈ। ਤੁਸੀਂ ਇੱਕ
ਛੋਟਾ ਜਿਹਾ ਸ਼ਬਦ ਭਰਨਾ ਹੁੰਦਾ ਹੈ ਤੇ ਤੁਹਾਨੂੰ ਪ੍ਰਸ਼ਨ ਦਾ ਇੱਕ ਹਿੱਸਾ ਯਾਦ ਹੋ ਜਾਂਦਾ ਹੈ। ਸੋ ਇਸ ਕਰਕੇ ਇਹ ਬੜਾ ਰੌਚਕ ਹੈ, ਬੜਾ ਇੰਟਰਸਟਿੰਗ ਹੁੰਦਾ ਹੈ ਖਾਲੀ ਥਾਵਾਂ ਨੂੰ ਭਰਨਾ। ਤੁਸੀਂ ਇਸ ਖਾਲੀ ਥਾਵਾਂ ਨੂੰ ਭਰਨ ਨੂੰ ਇੰਜੋਏ ਵੀ ਕਰਦੇ ਹੋ। ਆਓ ਆਪਾਂ ਆਪਣੀ ਜਾਣਕਾਰੀ ਨੂੰ ਪਰਖੀਏ ਤੇ ਇਹਨਾਂ ਖਾਲੀ ਥਾਵਾਂ ਨੂੰ ਭਰੀਏ। ਸੋ ਸਭ ਤੋਂ ਪਹਿਲਾਂ ਹੈ ਊਸ਼ਣ ਖੰਡ ਕਰਕ ਅਤੇ ਡੈਸ਼ ਰੇਖਾਵਾਂ ਦੇ ਨਾਲ ਦਰਸਾਇਆ ਜਾਂਦਾ ਹੈ। ਊਸ਼ਣ ਖੰਡ ਕਰਕ ਅਤੇ ਮਕਰ ਰੇਖਾਵਾਂ ਦੇ ਨਾਲ ਦਰਸਾਇਆ ਜਾਂਦਾ ਹੈ। ਅਗਲਾ ਹੈ ਕਰਕ ਰੇਖਾ ਡੈਸ਼ ਅਕਸ਼ਾਂਸ਼ ਰੇਖਾ ਦੁਆਰਾ ਦਰਸਾਈ ਜਾਂਦੀ ਹੈ। ਯਾਦ ਰੱਖੋ ਕਿ ਕਰਕ ਰੇਖਾ 23.5 ਡਿਗਰੀ ਉੱਤਰ ਅਕਸ਼ਾਂਸ਼ ਰੇਖਾ ਦੁਆਰਾ ਦਰਸਾਈ ਜਾਂਦੀ ਹੈ। ਨੈਕਸਟ, ਅਕਸ਼ਾਂਸ਼ ਅਤੇ ਦਿਸ਼ਾਂਤਰ ਗਲੋਬ ਉੱਪਰ ਡੈਸ਼ ਬਣਾਉਂਦੀਆਂ ਹਨ। ਅਕਸ਼ਾਂਸ਼ ਅਤੇ ਦਿਸ਼ਾਂਤਰ ਗਲੋਬ ਉੱਪਰ ਗ੍ਰਿਡ ਜਾਂ ਜਾਲ ਬਣਾਉਂਦੀਆਂ ਹਨ। ਤੁਹਾਨੂੰ ਯਾਦ ਹੋਏਗਾ ਬੇਟਾ, ਜਦੋਂ ਇਹ ਸਾਰੀਆਂ ਲਾਈਨਾਂ ਕੱਟਦੀਆਂ ਹਨ ਤਾਂ ਇੱਕ ਜਾਲ ਜਿਹਾ ਬਣ ਜਾਂਦਾ ਹੈ। ਸੋ ਅੱਗੇ ਹੈ ਕਿ ਦੋ ਸਮਾਂਤਰ ਰੇਖਾਵਾਂ ਵਿੱਚ ਦੂਰੀ ਹਮੇਸ਼ਾ ਡੈਸ਼ ਹੁੰਦੀ ਹੈ। ਦੋ ਸਮਾਂਤਰ, ਇਹ ਸ਼ਬਦ ਹੀ ਤੁਹਾਨੂੰ ਸਮਝ ਆ ਜਾਣਾ ਚਾਹੀਦਾ ਹੈ। ਸਮਾਂਤਰ, ਸਮਾਨ ਅੰਤਰ ਮਤਲਬ ਇੱਕ ਸਮਾਨ। ਸੋ ਦੋ ਸਮਾਂਤਰ ਰੇਖਾਵਾਂ ਵਿੱਚ ਦੂਰੀ ਹਮੇਸ਼ਾ ਇੱਕ ਸਮਾਨ ਹੁੰਦੀ ਹੈ। ਅਗਲਾ, ਡੈਸ਼ ਨੂੰ ਸਿਫਰ ਦਿਸ਼ਾਂਤਰ ਆਖਦੇ ਹਨ। 180 ਡਿਗਰੀ ਦਿਸ਼ਾਂਤਰ ਨੂੰ ਸਿਫਰ ਦਿਸ਼ਾਂਤਰ ਆਖਦੇ ਹਨ। ਸੋ 180 ਡਿਗਰੀ ਦਿਸ਼ਾਂਤਰ ਜਦੋਂ ਅਸੀਂ ਇਹਨਾਂ ਸਾਰੀਆਂ ਰੇਖਾਵਾਂ ਨੂੰ ਦੇਖਦੇ ਹਾਂ ਜੋ ਕਿ ਲੰਬਕਾਰ ਹੁੰਦੇ ਨੇ, ਉੱਤਰ ਤੋਂ ਦੱਖਣ ਵੱਲ ਲੰਬੇ ਖਿੱਚੇ ਜਾਂਦੇ ਨੇ, ਤੇ 180 ਡਿਗਰੀ ਦਿਸ਼ਾਂਤਰ ਇਹ ਜਦੋਂ ਘੁੰਮਦੇ ਹੋਏ ਗਲੋਬ 'ਚ ਤੁਸੀਂ ਦੇਖੋਗੇ ਪੂਰਬ ਵੱਲ ਨੂੰ ਔਰ ਇੱਧਰੋਂ ਪੱਛਮ ਵੱਲ ਨੂੰ ਜਿਹੜੀਆਂ ਦਿਸ਼ਾਵਾਂ ਵੱਲ ਜਦੋਂ ਲਾਈਨਾਂ ਸਾਰੀਆਂ ਜਾਂਦੀਆਂ ਨੇ ਮੁੱਖ ਮਧਿਆਨ ਰੇਖਾ ਤੋਂ, ਤੇ ਜਿਹੜੀ ਮੁੱਖ ਮਧਿਆਨ ਰੇਖਾ ਹੈ ਇਹ ਸਾਂਝੀ ਬਣ ਜਾਂਦੀ ਹੈ ਦੋਨਾਂ ਦੀ, ਜਿੱਥੇ ਅਸੀਂ 180 ਡਿਗਰੀ ਦਿਸ਼ਾਂਤਰ ਨੂੰ ਮੰਨਦੇ ਹਾਂ। 180 ਡਿਗਰੀ ਇੱਧਰੋਂ ਪੂਰਬ ਵਾਲੇ ਪਾਸੇ ਤੇ 180 ਡਿਗਰੀ ਇੱਧਰੋਂ ਪੱਛਮ ਵਾਲੇ ਪਾਸੇ ਜਦੋਂ ਘੁੰਮਦੀਆਂ ਨੇ ਤਾਂ ਫਿਰ ਇਹ ਸਾਂਝੀ ਡਿਗਰੀ ਆ ਜਾਂਦੀ ਹੈ। ਸੋ ਭਾਰਤ ਵਿੱਚ ਡੈਸ਼ ਦਿਸ਼ਾਂਤਰ ਨੂੰ ਪ੍ਰਮਾਣਿਤ ਦਿਸ਼ਾਂਤਰ ਮੰਨਿਆ ਜਾਂਦਾ ਹੈ। ਭਾਰਤ ਵਿੱਚ 82.5 ਡਿਗਰੀ ਪੂਰਬ ਦਿਸ਼ਾਂਤਰ ਨੂੰ ਪ੍ਰਮਾਣਿਤ ਦਿਸ਼ਾਂਤਰ ਮੰਨਿਆ ਜਾਂਦਾ ਹੈ। ਨੈਕਸਟ ਹੈ ਗ੍ਰੀਨਵਿਚ ਦੇ ਔਸਤ ਸਮੇਂ ਅਤੇ ਭਾਰਤੀ ਪ੍ਰਮਾਣਿਤ ਸਮੇਂ ਵਿੱਚ 5 ਘੰਟੇ 30 ਮਿੰਟ ਦਾ ਅੰਤਰ ਹੈ। ਅਗਲਾ ਹੈ ਕਿ ਅਕਸ਼ਾਂਸ਼ ਰੇਖਾਵਾਂ ਤਾਪਖੰਡ ਬਣਾਉਣ ਵਿੱਚ ਸਹਾਇਤਾ ਕਰਦੀਆਂ ਹਨ। ਨੈਕਸਟ, ਮੁੱਖ ਮਧਿਆਨ ਰੇਖਾ ਇੰਗਲੈਂਡ ਦੇ ਡੈਸ਼ ਤੋਂ ਗੁਜ਼ਰਦੀ ਹੈ। ਹੁਣੇ ਪੜ੍ਹਿਆ ਸੀ ਗ੍ਰੀਨਵਿਚ ਸਥਾਨ ਤੋਂ ਗੁਜ਼ਰਦੀ ਹੈ। ਤੇ 0 ਡਿਗਰੀ ਅਕਸ਼ਾਂਸ਼ ਰੇਖਾ ਨੂੰ ਤੁਹਾਨੂੰ ਯਾਦ ਹੋ ਜਾਣਾ ਚਾਹੀਦਾ ਭੂਮੱਧ ਰੇਖਾ ਆਖਦੇ ਹਨ। 0 ਡਿਗਰੀ ਅਕਸ਼ਾਂਸ਼ ਰੇਖਾ ਨੂੰ ਭੂਮੱਧ ਰੇਖਾ ਆਖਦੇ ਹਨ। ਆਓ ਅੱਗੇ ਦੇਖੀਏ ਠੀਕ ਤੇ ਗਲਤ। ਸੋ ਹਰੇਕ ਦਿਸ਼ਾਂਤਰ ਅਰਧ ਗੋਲਾ ਹੁੰਦਾ ਹੈ। ਹਰੇਕ ਦਿਸ਼ਾਂਤਰ ਅਰਧ ਗੋਲਾ ਹੁੰਦਾ ਹੈ। ਬਿਲਕੁਲ ਠੀਕ। ਅਗਲਾ ਹੈ ਜਿਉਂ-ਜਿਉਂ ਭੂਮੱਧ ਰੇਖਾ ਤੋਂ ਦੂਰ ਜਾਈਏ ਤਾਂ ਤਾਪਮਾਨ ਵੱਧਦਾ ਜਾਂਦਾ ਹੈ। ਗਲਤ, ਭੂਮੱਧ ਰੇਖਾ ਤੋਂ ਦੂਰ ਜਾਈਏ ਤਾਂ ਤਾਪਮਾਨ ਘਟਦਾ ਜਾਂਦਾ ਹੈ। ਨੈਕਸਟ, ਊਸ਼ਣ ਤਾਪਖੰਡ ਕਰਕ ਅਤੇ ਮਕਰ ਰੇਖਾ ਵਿਚਕਾਰ ਹੁੰਦਾ ਹੈ। ਊਸ਼ਣ ਤਾਪਖੰਡ ਕਰਕ ਅਤੇ ਮਕਰ ਰੇਖਾ ਵਿਚਕਾਰ ਹੁੰਦਾ ਹੈ। ਠੀਕ। ਧਰਤੀ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ। ਧਰਤੀ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ। ਬਿਲਕੁਲ ਠੀਕ।
ਧਰਤੀ ਜਾਂ ਗਲੋਬ ਨੂੰ ਕੁੱਲ 180 ਦਿਸ਼ਾਂਤਰਾਂ ਵਿੱਚ ਵੰਡਿਆ ਗਿਆ ਹੈ। ਗਲਤ। 0 ਡਿਗਰੀ ਦਿਸ਼ਾਂਤਰ ਨੂੰ ਮੁੱਖ ਮਧਿਆਨ ਰੇਖਾ ਆਖਦੇ ਹਨ। ਬਿਲਕੁਲ ਠੀਕ ਹੈ। ਨੈਕਸਟ ਹੈ ਕਿ ਧਰਤੀ ਨੂੰ ਧਰਤ ਗੋਲਾ ਵੀ ਕਿਹਾ ਜਾਂਦਾ ਹੈ। ਬਿਲਕੁਲ ਠੀਕ। ਧਰਤੀ ਦੇ 2 ਤੋਂ ਵੱਧ ਧਰੁਵ ਹੁੰਦੇ ਹਨ। ਗਲਤ ਹੈ, ਕਿਉਂਕਿ ਧਰਤੀ ਦੇ 2 ਧਰੁਵ ਹਨ, ਇੱਕ ਉੱਤਰੀ ਧਰੁਵ ਤੇ ਦੂਸਰਾ ਦੱਖਣੀ ਧਰੁਵ। ਅੱਗੇ, ਦਿਸ਼ਾਂਤਰ ਰੇਖਾਵਾਂ ਤਾਪ ਖੰਡ ਬਣਾਉਣ ਵਿੱਚ ਸਹਾਇਤਾ ਕਰਦੀਆਂ ਹਨ। ਗਲਤ। ਦਿਸ਼ਾਂਤਰ ਕਿਸੇ ਸਥਾਨ ਦੇ ਸਮੇਂ ਦਾ ਪਤਾ ਲਗਾਉਣ ਵਿੱਚ ਸਹਾਇਕ ਹੁੰਦੀਆਂ ਹਨ। ਬਿਲਕੁਲ ਠੀਕ ਹੈ। ਸੋ ਇਹ ਠੀਕ ਅਤੇ ਗਲਤ ਜੋ ਆਪਾਂ ਕੀਤੇ ਹਨ। ਇਸ ਤੋਂ ਅੱਗੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ। ਅਕਸ਼ਾਂਸ਼ ਰੇਖਾਵਾਂ ਅਤੇ ਦਿਸ਼ਾਂਤਰ ਰੇਖਾਵਾਂ ਵਿੱਚ ਅੰਤਰ ਦੱਸੋ। ਸੋ ਸਭ ਤੋਂ ਪਹਿਲਾਂ ਹੈ ਅਕਸ਼ਾਂਸ਼ ਰੇਖਾਵਾਂ। ਇਹ ਰੇਖਾਵਾਂ ਗਲੋਬ ਉੱਪਰ ਭੂ-ਮੱਧ ਰੇਖਾ ਦੇ ਸਮਾਨਾਂਤਰ ਖਿੱਚੀਆਂ ਜਾਂਦੀਆਂ ਹਨ। ਤੇ ਦੂਸਰੀ ਸਾਈਡ ਅਕਸ਼ਾਂਸ਼ ਰੇਖਾਵਾਂ ਇਹ ਕਿਹੜੀਆਂ ਹਨ? ਇਹ ਰੇਖਾਵਾਂ ਗਲੋਬ ਉੱਪਰ ਉੱਤਰੀ ਅਤੇ ਦੱਖਣੀ ਧਰੁਵ ਨੂੰ ਮਿਲਾਉਂਦੀਆਂ ਖਿੱਚੀਆਂ ਜਾਂਦੀਆਂ ਹਨ। ਨੈਕਸਟ ਹੈ ਅਕਸ਼ਾਂਸ਼ ਰੇਖਾਵਾਂ ਵੱਲ। ਇਹ ਰੇਖਾਵਾਂ ਗਲੋਬ ਉੱਪਰ ਗੋਲਾਕਾਰ ਅਤੇ ਸਮਾਨਾਂਤਰ ਹੁੰਦੀਆਂ ਹਨ। ਦੂਸਰੀ ਸਾਈਡ ਦਿਸ਼ਾਂਤਰ ਰੇਖਾਵਾਂ ਵੱਲ। ਇਹ ਰੇਖਾਵਾਂ ਗਲੋਬ ਉੱਪਰ ਅਰਧ ਗੋਲਾਕਾਰ ਅਤੇ ਸਮਾਨਾਂਤਰ ਹੁੰਦੀਆਂ ਹਨ, ਅਸਮਾਨਾਂਤਰ ਹੁੰਦੀਆਂ ਹਨ। ਅਕਸ਼ਾਂਸ਼ ਰੇਖਾਵਾਂ ਵੱਲ ਤੀਸਰਾ ਪੁਆਇੰਟ ਕਿ ਇਹਨਾਂ ਰੇਖਾਵਾਂ ਦੀ ਗਿਣਤੀ ਭੂ-ਮੱਧ ਰੇਖਾ ਸਮੇਤ 181 ਮੰਨੀ ਜਾਂਦੀ ਹੈ ਤੇ ਦਿਸ਼ਾਂਤਰ ਰੇਖਾਵਾਂ ਇਹਨਾਂ ਦੀ ਗਿਣਤੀ 360 ਮੰਨੀ ਜਾਂਦੀ ਹੈ। ਚੌਥਾ ਪੁਆਇੰਟ ਨੰਬਰ 4 ਅਕਸ਼ਾਂਸ਼ ਰੇਖਾਵਾਂ ਵੱਲ ਕਿ ਭੂ-ਮੱਧ ਰੇਖਾ ਨੂੰ 0 ਡਿਗਰੀ ਅਕਸ਼ਾਂਸ਼ ਮੰਨਿਆ ਗਿਆ ਹੈ ਅਤੇ ਇਹ ਗਲੋਬ ਦਾ ਸਭ ਤੋਂ ਵੱਡਾ ਗੋਲਾ ਹੈ। ਦਿਸ਼ਾਂਤਰ ਰੇਖਾਵਾਂ ਲੰਡਨ ਦੇ ਵਿੱਚ ਗ੍ਰੀਨਵਿਚ ਤੋਂ ਲੰਘਣ ਵਾਲੀ ਦਿਸ਼ਾਂਤਰ ਰੇਖਾ ਨੂੰ ਪ੍ਰਧਾਨ ਦਿਸ਼ਾਂਤਰ ਮੰਨਿਆ ਜਾਂਦਾ ਹੈ। ਨੈਕਸਟ, ਇਹਨਾਂ ਨੂੰ ਉੱਤਰੀ ਜਾਂ ਦੱਖਣੀ ਅਕਸ਼ਾਂਸ਼ ਰੇਖਾਵਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹਨਾਂ ਨੂੰ ਉੱਤਰੀ ਜਾਂ ਦੱਖਣੀ ਅਕਸ਼ਾਂਸ਼ ਰੇਖਾਵਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਇਹਨਾਂ ਨੂੰ ਪੂਰਬੀ ਜਾਂ ਪੱਛਮੀ ਦਿਸ਼ਾਂਤਰ ਰੇਖਾਵਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੋ ਇਹ ਕੁਝ ਮੇਨ ਗੱਲਾਂ ਤੁਸੀਂ ਯਾਦ ਰੱਖਣੀਆਂ ਹਨ ਕਿ ਦਿਸ਼ਾਂਤਰਾਂ ਤੇ ਅਕਸ਼ਾਂਸ਼ਾਂ ਦੇ ਵਿਚਕਾਰ ਮੁੱਖ ਤੌਰ ਤੇ ਕੀ ਅੰਤਰ ਹੈ। ਸੋ ਇਹ ਤੁਹਾਡੇ ਸਾਹਮਣੇ ਸਾਰੀਆਂ ਰੇਖਾਵਾਂ ਦਿਖਾਈਆਂ ਹੋਈਆਂ ਹਨ, ਅਕਸ਼ਾਂਸ਼ ਤੇ ਦਿਸ਼ਾਂਤਰ ਰੇਖਾਵਾਂ। ਪਹਿਲੀ ਤਸਵੀਰ ਜਿੱਥੇ ਅਕਸ਼ਾਂਸ਼ ਰੇਖਾਵਾਂ ਲਿਖੀਆਂ ਹਨ, ਧਿਆਨ ਨਾਲ ਦੇਖੋ। ਡਾਟ ਲਾਈਨ ਜੋ ਬਣਾਈ ਗਈ ਹੈ ਇਹ ਭੂ-ਮੱਧ ਰੇਖਾ ਹੈ 0 ਡਿਗਰੀ ਤੇ। ਇਹਦੇ ਨਾਲ ਜੋ ਹੋਰ ਦੂਸਰੀਆਂ ਰੇਖਾਵਾਂ ਦਰਸਾਈਆਂ ਜਾ ਰਹੀਆਂ ਨੇ ਭੂ-ਮੱਧ ਰੇਖਾ ਦੇ ਬਿਲਕੁਲ ਸਮਾਨਾਂਤਰ ਉੱਪਰ ਵੱਲ ਤੇ ਥੱਲੇ ਵੱਲ, ਇਹ ਅਕਸ਼ਾਂਸ਼ ਰੇਖਾਵਾਂ ਹਨ। ਇਸੇ ਤਰ੍ਹਾਂ ਤੁਸੀਂ ਦਿਸ਼ਾਂਤਰ ਰੇਖਾਵਾਂ ਵੱਲ ਦੇਖੋ। ਮੁੱਖ ਮਧਿਆਨ ਰੇਖਾ ਡਾਟ ਲਾਈਨ 'ਚ ਦਿਖਾਈ ਗਈ ਹੈ ਤੇ ਬਾਕੀ ਦੀਆਂ ਹੋਰ ਦਿਸ਼ਾਂਤਰ ਰੇਖਾਵਾਂ ਤੁਹਾਡੇ ਸਾਹਮਣੇ ਦਿਖਾਈਆਂ ਗਈਆਂ ਹਨ। ਅੱਗੇ ਦੇਖੀਏ ਕਿ ਕਿਹੜੀਆਂ ਰੇਖਾਵਾਂ ਤਾਪਖੰਡ ਬਣਾਉਣ ਵਿੱਚ ਸਹਾਇਤਾ ਕਰਦੀਆਂ ਹਨ। ਕਾਰਨ ਦੱਸੋ ਕਿ ਤਾਪਖੰਡ ਕਿਉਂ ਬਣਾਏ ਜਾਂਦੇ ਹਨ। ਆਓ ਦੇਖੀਏ ਬੇਟਾ ਕਿ ਅਕਸ਼ਾਂਸ਼ ਰੇਖਾਵਾਂ ਤਾਪਖੰਡ ਬਣਾਉਣ ਵਿੱਚ ਸਹਾਈ ਹੁੰਦੀਆਂ ਹਨ। ਤਾਪਖੰਡ ਹੇਠ ਲਿਖੇ ਕਾਰਨਾਂ ਕਰਕੇ ਬਣਾਏ ਜਾਂਦੇ ਹਨ। ਸਭ ਤੋਂ ਪਹਿਲਾ ਪੁਆਇੰਟ,
ਸੂਰਜ ਦੀਆਂ ਸਿੱਧੀਆਂ ਅਤੇ ਤਿਰਛੀਆਂ ਕਿਰਨਾਂ। ਸੂਰਜ ਦੀਆਂ ਸਿੱਧੀਆਂ ਕਿਰਨਾਂ ਧਰਤੀ ਉੱਪਰ ਘੱਟ ਸਥਾਨ ਘੇਰਦੀਆਂ ਹਨ, ਇਸ ਲਈ ਉਹਨਾਂ ਦੀ ਗਰਮ ਕਰਨ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ। ਇਸ ਦੇ ਉਲਟ ਸੂਰਜ ਦੀਆਂ ਤਿਰਛੀਆਂ ਕਿਰਨਾਂ ਜ਼ਿਆਦਾ ਸਥਾਨ ਘੇਰਦੀਆਂ ਹਨ, ਇਸ ਲਈ ਉਹਨਾਂ ਦੀ ਗਰਮ ਕਰਨ ਦੀ ਸ਼ਕਤੀ ਘੱਟ ਹੁੰਦੀ ਹੈ। ਸੋ ਸੂਰਜ ਦੀਆਂ ਸਿੱਧੀਆਂ ਕਿਰਨਾਂ ਕਿੱਥੇ ਪੈਣਗੀਆਂ? ਭੂ-ਮੱਧ ਰੇਖਾ ਤੇ ਪੈਂਦੀਆਂ ਹਨ। ਦੂਸਰਾ ਪੁਆਇੰਟ, ਧਰਤੀ ਦਾ ਗੋਲ ਆਕਾਰ। ਤਾਪਖੰਡ ਬਣਾਉਣ ਦਾ ਦੂਜਾ ਕਾਰਨ ਧਰਤੀ ਦਾ ਗੋਲ ਆਕਾਰ ਹੈ। ਧਰਤੀ ਦਾ ਮੱਧ ਭਾਗ ਉੱਭਰਿਆ ਹੋਇਆ ਹੈ। ਇਹ ਵੱਧ ਤੋਂ ਵੱਧ ਸੂਰਜੀ ਤਾਪ ਪ੍ਰਾਪਤ ਕਰਦਾ ਹੈ। ਧਰੁਵਾਂ ਵੱਲ ਜਾਣ ਤੇ ਸੂਰਜੀ ਤਾਪ ਦੀ ਤੀਬਰਤਾ ਜਾਂ ਤੀਖਣਤਾ ਘੱਟ ਹੁੰਦੀ ਜਾਂਦੀ ਹੈ, ਇਸ ਲਈ ਇਹ ਘੱਟ ਤਾਪਖੰਡ ਬਣ ਜਾਂਦਾ ਹੈ। ਸੋ ਤੁਹਾਡੇ ਸਾਹਮਣੇ ਬੇਟਾ ਇਹ ਤਸਵੀਰ ਹੈ, ਤੁਸੀਂ ਧਿਆਨ ਨਾਲ ਦੇਖੋ। ਭੂ-ਮੱਧ ਰੇਖਾ ਉੱਪਰ ਕਰਕ ਰੇਖਾ ਤੇ ਮਕਰ ਰੇਖਾ, ਇੱਥੇ ਊਸ਼ਣ ਤਾਪਖੰਡ ਜੋ ਕਿ ਬਹੁਤ ਗਰਮ ਇਲਾਕਾ ਹੈ, ਉਸ ਦੇ ਉੱਪਰ ਉੱਤਰੀ ਧਰੁਵ ਤੋਂ ਥੱਲੇ ਤੇ ਇਧਰੋਂ ਦੱਖਣੀ ਧਰੁਵ ਜਿੱਥੇ ਆਰਕਟਿਕ ਚੱਕਰ ਔਰ ਅੰਟਾਰਕਟਿਕ ਚੱਕਰ ਦੇ ਵਿਚਕਾਰਲਾ ਹਿੱਸਾ ਦਿਖਾਇਆ ਗਿਆ ਹੈ, ਉਪ ਊਸ਼ਣ ਤਾਪਖੰਡ ਦੋਨੋਂ ਪਾਸੇ ਦਿਖਾਏ ਗਏ ਹਨ, ਜਿੱਥੇ ਗਰਮੀ ਘੱਟ ਹੋ ਜਾਂਦੀ ਹੈ। ਤੇ ਫਿਰ ਸ਼ੀਤ ਖੰਡ, ਜਿੱਥੇ ਕਿ ਬਹੁਤ ਜ਼ਿਆਦਾ ਠੰਡ ਹੈ, ਬਰਫ਼ ਜੰਮੀ ਰਹਿੰਦੀ ਹੈ, ਉਹ ਇਲਾਕੇ ਤੁਹਾਡੇ ਸਾਹਮਣੇ ਦਿਖਾਏ ਗਏ ਹਨ। ਸੋ ਆਓ ਅੱਗੇ ਦੇਖੀਏ ਕਿ ਦੇਸ਼ਾਂਤਰਾਂ ਦਾ ਕੀ ਮਹੱਤਵ ਹੈ। ਸੋ ਦੇਸ਼ਾਂਤਰ ਸਾਡੀ ਕਿਵੇਂ ਸਹਾਇਤਾ ਕਰਦੇ ਹਨ? ਸਭ ਤੋਂ ਪਹਿਲਾਂ ਸਾਨੂੰ ਕੀ ਦੱਸਦੇ ਨੇ? ਸਥਿਤੀ ਦਾ ਗਿਆਨ। ਦੇਸ਼ਾਂਤਰਾਂ ਦੀ ਸਹਾਇਤਾ ਨਾਲ ਅਸੀਂ ਕਿਸੇ ਸਥਾਨ ਦੀ ਸਥਿਤੀ ਦਾ ਪਤਾ ਲਗਾ ਸਕਦੇ ਹਾਂ। ਭਾਵ ਕਿ ਕੋਈ ਸਥਾਨ ਕਿੱਥੇ ਹੈ, ਕੋਈ ਦੇਸ਼ ਕਿੱਥੇ ਹੈ, ਕੋਈ ਇਲਾਕਾ ਕਿੱਥੇ ਹੈ, ਇਹ ਸਾਨੂੰ ਪਤਾ ਲੱਗਦਾ ਹੈ। ਉਦਾਹਰਨ ਲਈ ਲੁਧਿਆਣਾ 76 ਡਿਗਰੀ ਪੂਰਬ ਦੇਸ਼ਾਂਤਰ ਤੇ ਹੈ। ਇਸ ਦਾ ਅਰਥ ਇਹ ਹੈ ਕਿ ਲੁਧਿਆਣਾ ਮੁੱਖ ਮਧਿਆਨ ਰੇਖਾ ਤੋਂ 76 ਡਿਗਰੀ ਪੂਰਬ ਵਾਲੇ ਪਾਸੇ ਸਥਿਤ ਹੈ। ਸੋ ਬੇਟਾ ਤੁਹਾਨੂੰ ਇਹ ਅਧਿਐਨ ਕਰਨਾ ਆਉਣਾ ਚਾਹੀਦਾ ਹੈ। ਤੁਸੀਂ ਗਲੋਬ ਉੱਤੇ ਦੇਖੋ ਕਿ ਮੁੱਖ ਮਧਿਆਨ ਰੇਖਾ ਕਿੱਥੇ ਹੈ ਤੇ 76 ਡਿਗਰੀ ਪੂਰਬ ਵਾਲਾ ਪਾਸਾ ਕਿਹੜਾ ਹੈ। ਨੈਕਸਟ, ਸਮੇਂ ਦਾ ਗਿਆਨ। ਦੇਸ਼ਾਂਤਰਾਂ ਦੀ ਸਹਾਇਤਾ ਨਾਲ ਅਸੀਂ ਕਿਸੇ ਵੀ ਸਥਾਨ ਦੇ ਸਮੇਂ ਦੀ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹਾਂ। ਹਰੇਕ ਦੋ ਦੇਸ਼ਾਂਤਰਾਂ ਵਿਚਕਾਰ 4 ਮਿੰਟ ਦਾ ਫਰਕ ਹੁੰਦਾ ਹੈ। ਦੋ ਸਥਾਨ ਗ੍ਰੀਨਵਿਚ ਦੇ ਪੂਰਬ ਵੱਲ ਸਥਿਤ ਹਨ, ਉਹਨਾਂ ਦਾ ਸਮਾਂ 4 ਮਿੰਟ ਪ੍ਰਤੀ ਦੇਸ਼ਾਂਤਰ ਅੱਗੇ ਹੈ, ਤੇ ਦੋ ਸਥਾਨ ਗ੍ਰੀਨਵਿਚ ਦੇ ਪੱਛਮ ਵੱਲ ਸਥਿਤ ਹਨ, ਉਹਨਾਂ ਦਾ ਸਮਾਂ 4 ਮਿੰਟ ਪ੍ਰਤੀ ਦੇਸ਼ਾਂਤਰ ਪਿੱਛੇ ਹੁੰਦਾ ਹੈ। ਅਗਲਾ ਪ੍ਰਸ਼ਨ, ਗ੍ਰਿਡ ਜਾਂ ਜਾਲ ਕੀ ਹੈ? ਇਸ ਦੀ ਕੀ ਮਹੱਤਤਾ ਹੈ? ਸੋ ਨਕਸ਼ਿਆਂ ਉੱਤੇ ਗਲੋਬ ਉੱਪਰ ਅਕਸ਼ਾਂਸ਼ਾਂ ਤੇ ਦੇਸ਼ਾਂਤਰਾਂ ਦਾ ਜਾਲ ਬਣਿਆ ਹੈ, ਇਸ ਨੂੰ ਗ੍ਰਿਡ ਜਾਂ ਜਾਲ ਆਖਦੇ ਹਨ। ਇਹ ਜਾਲ ਜਾਂ ਗ੍ਰਿਡ ਨਕਸ਼ੇ ਅਤੇ ਐਟਲਸ ਬਣਾਉਣ ਵਿੱਚ ਸਹਾਇਕ ਹੁੰਦੇ ਹਨ। ਇਸ ਜਾਲ ਦੀ ਮਦਦ ਨਾਲ ਅਸੀਂ ਨਕਸ਼ੇ ਪੜ੍ਹਦੇ ਹਾਂ। ਜੋ ਅਸੀਂ ਕਿਸੇ ਅਕਸ਼ਾਂਸ਼ੀ ਤੇ ਦੇਸ਼ਾਂਤਰੀ ਸਥਿਤੀ ਨੂੰ ਜਾਣਦੇ ਹਾਂ ਤੇ ਉਸ ਸਥਾਨ ਨੂੰ ਅਸੀਂ ਨਕਸ਼ੇ ਉੱਤੇ ਲੱਭਦੇ ਹਾਂ। ਦੂਸਰਾ, ਇਸ ਦੀ ਸਹਾਇਤਾ ਨਾਲ ਦੋ ਦੇਸ਼ਾਂ ਦੀ ਸਰਹੱਦ ਦਾ ਪਤਾ ਵੀ ਲੱਗਦਾ ਹੈ, ਜਿਵੇਂ ਕਿ ਕੋਈ ਦੇਸ਼ ਕਿੰਨੇ ਦੇਸ਼ਾਂਤਰਾਂ ਅਤੇ ਅਕਸ਼ਾਂਸ਼ਾਂ ਵਿੱਚ ਸਥਿਤ ਹੈ। ਸੋ ਇਹ ਗ੍ਰਿਡ ਜਾਂ ਜਾਲ ਤੁਹਾਨੂੰ ਦਿਖਾਇਆ ਗਿਆ ਹੈ, ਤੁਸੀਂ ਦੇਖ ਸਕਦੇ ਹੋ। ਸੋ ਇਸ ਤੋਂ ਬਾਅਦ ਤੁਸੀਂ ਇਸ ਦਾ ਹੋਰ ਅਧਿਐਨ ਵੀ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਗਲੋਬ ਕੀ ਹੈ, ਅਕਸ਼ਾਂਸ਼ ਦੇਸ਼ਾਂਤਰ ਕੀ ਹਨ, ਭੂ-ਮੱਧ ਰੇਖਾ ਤੇ ਮੁੱਖ ਮਧਿਆਨ ਕੀ ਹੈ, ਤਾਪਖੰਡ ਕੀ ਹਨ, ਔਰ ਤੁਹਾਨੂੰ ਇਹਨਾਂ ਬਾਰੇ ਭਰਪੂਰ ਜਾਣਕਾਰੀ ਜੋ ਇਹਨਾਂ ਪਾਠਾਂ ਦੁਆਰਾ ਮਿਲੀ ਹੈ, ਤੁਸੀਂ ਇਸ ਨੂੰ ਯਾਦ ਰੱਖੋ ਅਤੇ ਪ੍ਰਸ਼ਨਾਂ ਉੱਤਰਾਂ ਨੂੰ ਚੰਗੀ ਤਰ੍ਹਾਂ ਯਾਦ ਕਰੋ। ਸੋ ਵਿਦਿਆਰਥੀਓ, ਆਪ ਸਭ ਦਾ ਬਹੁਤ ਬਹੁਤ ਧੰਨਵਾਦ।